ਅਸੀਂ ਡਟੇ ਸੀ ਡਟੇ ਆ ਤੇ ਡਟੇ ਰਹਾਂਗੇ ਹੱਕ ਸੱਚ ਦੀ ਕਮਾਈ ਲਈ ਅੜੇ ਰਹਾਂਗੇ। सत श्री अकाल, तुसीं RMB ਟੈਲੀਵਿਜ਼ਨ देख रहे हो। मैं हाँ जस गरेवाल ਸਿੰਘੂ ਬਾਰਡਰ ਤੇ इस वेले मौजूद हाँ। अज के दिन की सब तो प्यारी तस्वीर तुहानूं दिखावांगे। ਇਹ ਖਬਰਾਂ ਮਿਲ ਰਹੀਆਂ ਨੇ ਗੋਦੀ ਮੀਡੀਆ ਦੁਆਰਾ कि किसान जान लग गए आ, किसान ਜਿਹੜੇ ਆਪਣੇ ਪਿੰਡਾਂ ਵੱਲ ਵਧਣ ਲੱਗ ਗਏ ਆ 26 ਦੇ ਘਟਨਾਕ੍ਰਮ ਤੋਂ ਬਾਅਦ। ਪਰ ਜੋ ਤਸਵੀਰ ਤੁਹਾਨੂੰ ਦਿਖਾਵਾਂਗੇ ਜੇ ਇਦਾਂ ਦੀ ਖੂਬਸੂਰਤ ਤਸਵੀਰ ਸਾਡੇ ਕੋਲੇ ਆ ਜਿਹੜੀ ਸਾਡੇ ਹੌਸਲੇ ਬੁਲੰਦ ਕਰਦੀ ਆ ਤਾਂ ਫਿਰ ਅਸੀਂ ਕਿਵੇਂ ਜਾ ਸਕਦੇ ਹਾਂ। ਸਗੋਂ ਦੀ ਇਹ ਤਸਵੀਰ ਦੇਖ ਕੇ ਅਸੀਂ ਹੋਰ ਟਰਾਲੀਆਂ ਟਰੈਕਟਰ ਬੱਸਾਂ ਕਾਰਾਂ ਭਰ ਕੇ ਇੱਥੇ ਆਵਾਂਗੇ। ਇਹ ਮਾਹੌਲ ਕਿਵੇਂ ਦਾ ਆ ਇਹ ਸਾਰੀ ਬਾਈ ਦੇ ਨਾਲ ਗੱਲਬਾਤ ਕਰਾਂਗੇ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਆ ਤੁਹਾਡਾ? ਮੇਰਾ ਨਾਮ ਇੰਦਰ ਬਾਜਵਾ ਜੀ। ਇੰਦਰ ਬਾਜਵਾ। ਇਹ ਤਸਵੀਰ ਬਾਰੇ ਦੱਸੋ ਜਿਹੜੀ ਤੁਸੀਂ ਅੱਜ ਦਿਖਾ ਰਹੇ ਹੋ। ਤੁਸੀਂ ਲੱਗੇ ਹੋਏ ਹੋ, ਉਧਰੋਂ ਆਏ ਹੋ, ਟਰਾਲੀ ਦੇ ਕੋਲੇ ਖੜ ਕੇ ਗੀਤ ਗਾ ਰਹੇ ਹੋ, ਉਸ ਤੋਂ ਬਾਅਦ ਸਾਡੇ ਕੋਲ ਖੜੇ ਅੱਗੇ ਗਏ। ਇਹ ਤਸਵੀਰ ਬਾਰੇ ਦੱਸੋ। ਮੇਰਾ ਵੀਰ, ਮੇਰਾ ਇੱਕੋ ਇੱਕ ਸ਼ਬਦ ਆ ਜਿਹੜਾ ਕੁਦਰਤ ਨੇ ਦਿੱਤਾ ਜਗਾਉਣਾ। ਸੋ ਅੱਜ ਜਾਗੋ ਦਾ ਹੁੱਕਾ ਇਹ ਆ, ਅਸੀਂ ਖੜੇ ਸੀ ਖੜੇ ਆ ਤੇ ਖੜੇ ਰਵਾਂਗੇ। ਅਸੀਂ ਖੜੇ ਸੀ ਖੜੇ ਆ ਤੇ ਖੜੇ ਰਵਾਂਗੇ ਹੱਕ ਸੱਚ ਦੀ ਕਮਾਈ ਲਈ ਅੜੇ ਰਵਾਂਗੇ। ਅਸੀਂ ਡਟੇ ਸੀ ਡਟੇ ਆ ਤੇ ਡਟੇ ਰਵਾਂਗੇ ਹੱਕ ਸੱਚ ਦੀ ਕਮਾਈ ਲਈ ਅੜੇ ਰਵਾਂਗੇ ਹੱਕ ਸੱਚ ਦੀ ਕਮਾਈ ਲਈ ਅੜੇ ਰਵਾਂਗੇ। ਪਰ ਅਫਵਾਹਾਂ ਤਾਂ ਇਹ ਜਾ ਰਹੀਆਂ ਕਹਿੰਦੇ ਕਿਸਾਨ ਤਾਂ ਭਾਈ ਛੱਡਣ ਲੱਗ ਗਏ ਬਾਰਡਰਾਂ ਨੂੰ, ਕਿਸਾਨ ਤਾਂ ਹੁਣ ਆਪਦੇ ਪਿੰਡਾਂ ਵੱਲ ਵਾਪਸ ਹੋ ਚੱਲੇ ਆ। ਉਹ ਭਾਊ ਪਾਣੀ ਵੀ ਲਾਉਣਾ ਹੁਣ ਕਣਕਾਂ ਨੂੰ, ਉਹ ਕਹਿੰਦੇ ਲਾਉਣਾ। ਬਹੁਤ ਸਾਰੇ ਕਿਸਾਨ ਸੀਗੇ 26 ਲਈ ਆਏ ਸੀਗੇ, ਉਹਨਾਂ ਨੇ ਮੁੜਨਾ ਹੀ ਸੀ ਕਿਉਂਕਿ ਅੱਧੇ ਜਿਹੜੇ ਖੇਤ ਵੰਡੇ ਹੋਏ ਸੀਗੇ। ਹੁਣ ਯਾਰ ਜੁੱਟਾਂ ਨੇ ਆਪਦੇ ਯਾਰ ਜੁੱਟਾਂ ਦੇ ਜਾਂ ਰਿਸ਼ਤੇਦਾਰਾਂ ਦੇ ਪਾਣੀ ਵੀ ਲਾਉਣਾ, ਕਣਕਾਂ ਵੀ ਸਾਂਭਣੀਆਂ। ਪਿੱਛੇ ਜ਼ਿੰਮੇਵਾਰ ਬੰਦੇ ਸਾਰੇ ਕਮਿਟਡ ਆ ਆਪਣੇ ਧੰਦਿਆਂ ਨਾਲ। ਉਹਨਾਂ ਨੇ ਜਾ ਕੇ ਕਮਿਟਮੈਂਟਾਂ ਵੀ ਪੂਰੀਆਂ ਕਰਨੀਆਂ ਕਿਉਂਕਿ ਪਸ਼ੂਆਂ ਨੂੰ ਕਿਸੇ ਨੇ ਹੋਰ ਨੇ ਤਾਂ ਆ ਕੇ ਪੱਠੇ ਪਾਉਣੇ ਨਹੀਂ, ਉਹ ਪਾਉਣੇ ਪੈਣੇ ਨਾ। ਸੋ ਅੱਧਿਆਂ ਨੂੰ ਜਾਣਾ ਹੀ ਪੈਣਾ ਸੀ। ਉਹੋ ਹੀ ਗਏ ਆ ਜਿਨ੍ਹਾਂ ਨੂੰ ਕੰਮ ਸੀ, ਉਹੋ ਹੀ ਗਏ ਆ ਜਿਹੜੇ 26 ਲਈ ਸਪੈਸ਼ਲ ਟਾਈਮ ਕੱਢ ਕੇ ਆਏ ਸੀਗੇ। ਉਹ ਵਾਪਸ ਜਾਣਾ ਹੀ ਸੀ, ਉਹਨਾਂ ਦਾ ਪਹਿਲੋਂ ਤੋਂ ਤੈਅ ਸੀ। ਸੋ ਜਿੰਨੀਆਂ ਜਦੋਂ ਆਪਾਂ ਦੇਖਦੇ ਹਾਂ ਤੇ ਟਰਾਲੀਆਂ ਟਰੈਕਟਰ ਵਧੇਰੇ ਆ, ਲੋਕ ਬਿਲਕੁਲ ਜ਼ੋਰ ਲੱਗਾ 26 ਵਾਲੇ ਦਿਨ ਪਰੇਡ ਤੇ। ਉਹ ਤੋਂ ਪਹਿਲੋਂ ਦੀਆਂ ਤਿਆਰੀਆਂ ਚੱਲ ਰਹੀਆਂ ਸੀ। ਆਪਾਂ ਨੂੰ ਪਤਾ ਕਿ ਕੋਈ ਵੀ ਆਪਾਂ ਜਿਹੜਾ ਕਾਰਜ ਮੁਕੰਮਲ ਕਰੀਏ, ਜੇ ਘਰੇ ਛੋਟਾ ਜਿਹਾ ਵਿਆਹ ਰੱਖਿਆ ਹੋਵੇ ਤਾਂ 4 ਦਿਨ ਬੰਦੇ ਕੋ ਮੰਜੇ ਤੇ ਨਹੀਂ ਉੱਠ ਹੁੰਦਾ। ਸੋ ਹੁਣ ਜੋ ਦੇਖੋਗੇ ਟਰਾਲੀਆਂ ਭਰੀਆਂ ਪਈਆਂ, ਲੋਕ ਥੱਕੇ ਆ ਕਿਉਂਕਿ 26 ਤੱਕ ਉਹਨਾਂ ਨੇ ਹੰਬੜਾ ਮਾਰਿਆ ਸੀ। ਸੋ ਇਹ ਇੱਕ ਮਤਲਬ ਉੱਦਾਂ ਹੀ ਸੁਭਾਵਿਕ ਗੱਲ ਆ। ਸੋ ਅਸੀਂ ਡਟੇ ਆ, ਡਟੇ ਸੀ ਤੇ ਡਟੇ ਹੀ ਰਹਿਣਾ। ਤੇ ਜਦੋਂ ਤੁਸੀਂ ਫਿਰ ਇਹ ਆਪਣਾ ਸਾਈਕਲ ਲੈ ਕੇ ਜਾਂਦੇ ਹੋ, ਟਰਾਲੀਆਂ ਤੱਕ ਜਾਂਦੇ ਹੋ, ਟਰਾਲੀਆਂ ਵੱਲ ਨੂੰ ਜਗਾਉਣ ਦੀ ਕੋਸ਼ਿਸ਼ ਕਰਦੇ ਹੋ, ਇਹ ਕਹਿਣ ਦੀ ਕੋਸ਼ਿਸ਼ ਕਰਦੇ ਹੋ, ਇਹ ਦੱਸਦੇ ਹੋ ਆਪਣੇ ਗੀਤ ਦੇ ਰੂਪ ਦੇ ਵਿੱਚ ਕੀ ਕਹਿੰਦੇ ਆ? ਬਿਲਕੁਲ ਯਾਰ, ਉਹ ਨਾਰਾ ਮਾਰਦੇ ਮੋਰੋ ਇਨਕਲਾਬ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਇਨਸਾਨੀਅਤ ਜ਼ਿੰਦਾਬਾਦ, ਇਨਸਾਨੀਅਤ ਜ਼ਿੰਦਾਬਾਦ, ਇਨਸਾਨੀਅਤ ਜ਼ਿੰਦਾਬਾਦ, ਸੱਚ ਦਾ ਨਾਰਾ ਜ਼ਿੰਦਾਬਾਦ, ਸੱਚ ਦਾ ਨਾਰਾ ਜ਼ਿੰਦਾਬਾਦ, ਸੱਚ ਦਾ ਨਾਰਾ ਜ਼ਿੰਦਾਬਾਦ, ਹੱਕ ਦਾ ਨਾਰਾ ਜ਼ਿੰਦਾਬਾਦ, ਹੱਕ ਦਾ ਨਾਰਾ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ। ਪਿੰਡੋਂ ਆਏ ਸੀ, ਇਸੇ ਸਾਈਕਲ ਤੇ ਆਏ ਸੀ? ਮੇਰਾ ਵੀਰ ਪਿੰਡ ਇਹ ਸਾਈਕਲ ਜਿਹੜਾ ਇਹਨੇ ਪੰਜਾਬ ਦੀ ਯਾਤਰਾ ਕੀਤੀ ਪਿਛਲੇ ਸਾਲ 30 ਦਿਨ ਪੰਜਾਬ ਯਾਤਰਾ ਕੀਤੀ ਸੀ ਪੰਜਾਬ ਨੂੰ ਜਾਣਨ ਲਈ। ਸੋ ਉਦੋਂ ਦਾ ਇਹ ਘੁੰਮਦਾ ਫਿਰਦਾ ਰਹਿੰਦਾ, ਇਹ ਮੇਰਾ ਸਾਥੀ ਆ। ਅੱਛਾ, ਫਿਰ ਜਿੱਦਾਂ ਕਹਿੰਦੇ ਆ ਘਰ ਦੇ ਵਿੱਚ ਕਿੱਦਾਂ ਚੱਲਦਾ, ਕੀ ਕਨਸੈਪਟ ਚੱਲਦਾ? ਬੰਦਾ ਕਹਿੰਦਾ 2 ਮਹੀਨੇ ਹੋ ਗਏ ਇੱਥੇ ਬੈਠਣ ਨੂੰ, ਕੰਮ ਕਾਰ ਦੀ ਮੈਂ ਗੱਲ ਕਰਾਂ ਤਾਂ ਕੀ ਕੰਮ ਕਰ ਰਿਹਾ? ਮੇਰਾ ਵੀਰ ਮੈਂ ਐਕਟਰ ਹਾਂ, ਪ੍ਰੋਫੈਸ਼ਨਲੀ ਐਕਟਰ। 5 ਸਾਲਾਂ 6 ਸਾਲਾਂ ਤੋਂ ਸਾਰਾ ਕੁਝ ਛੱਡ ਕੇ ਮੈਂ ਪਿੰਡ ਸੇਵਾ ਕਰ ਰਿਹਾ ਸੀ, ਨੌਜਵਾਨੀ ਦੀ ਤੇ ਸਮਾਜ ਦੀ, ਜੋ ਮੈਂ ਪਿੰਡ ਕਰ ਸਕਿਆ। ਉਸ ਤੋਂ ਬਾਅਦ ਹੁਣ ਮੈਂ ਲਿਖਦਾ ਵੀ ਹਾਂ ਤੇ ਹੁਣ ਐਕਟਿੰਗ ਸ਼ੁਰੂ ਕਰੂੰਗਾ। ਹੁਣ ਘਰ ਦੇ ਗਾਲਾਂ ਥੋੜ੍ਹੀਆਂ ਕੱਢਣ ਲੱਗੇ ਸੀ, ਮੈਂ ਘਰ ਦੇ ਨਾਲ ਹੀ ਲਿਆਂਦੇ ਇੱਥੇ। ਫਿਰ ਹੁਣ ਮੰਮੀ ਡੈਡੀ ਘਰ ਵਾਲੀ ਸਾਰੇ ਇਕੱਠੇ ਹੀ ਆ ਇੱਥੇ। ਪੂਰਾ ਪਰਿਵਾਰ ਇੱਥੇ ਪਿੰਡ ਵਸਾ ਲਿਆ? ਪੂਰਾ ਪਰਿਵਾਰ ਇੱਥੇ ਲਿਆਂਦਾ। ਤੇ ਬਾਪੂ ਕਹਿੰਦਾ ਮੈਂ ਜਾਣਾ, ਮੈਂ ਕਿਹਾ ਹਜੇ ਨਹੀਂ। ਮੈਂ ਕਿਹਾ ਹੁਣ ਤਾਂ ਸੰਗਲੀ ਪਾ ਕੇ ਵੱਲ ਨੂੰ ਨਹੀਂ ਜਾਣ ਦਿੰਦਾ। ਤੇ ਜਦੋਂ ਜਿੱਤਾਂਗੇ ਉਹਦੀ ਮੁੜਾਂਗੇ। ਬਿਲਕੁਲ। ਸੋ ਇੱਥੇ ਜਿੱਦਾਂ ਵੀ ਐਜ਼ ਐਨ ਆਰਟਿਸਟ ਜੋ ਵੀ ਆਪਾਂ ਕਰ ਸਕਦੇ ਅੰਦੋਲਨ ਲਈ ਹੈ ਨਾ, ਉਹ ਕਰੂੰਗਾ। ਤੇ ਸ਼ਿੱਦਤ ਨਾਲ ਜਿਹੜੀ ਭੂਮੀ ਤੇ ਜੰਮਿਆ ਮੇਰੇ ਫਰਜ਼ ਆ ਉਹਨਾਂ ਨੂੰ ਨਿਭਾਊਂਗਾ ਜ਼ਰੂਰ। ਲਿਖਤ ਦੇ ਰੂਪ ਦੇ ਵਿੱਚ ਕੀ ਕਹੋਗੇ? ਲਿਖਤ ਕੀ ਕੋਈ ਲਿਖਤ ਸਾਂਝੀ ਕਰਨਾ ਚਾਹੋਗੇ? ਤੁਸੀਂ ਲਿਖਦੇ ਹੋ, ਤੁਸੀਂ ਕਿਹਾ ਮੈਂ ਲਿਖਦਾ, ਕੋਈ ਲਿਖਤ? ਮੇਰੇ ਵੀਰ, ਮੇਰੀ ਪਹਿਲੀ ਲਿਖਤ ਆ ਪਲੇਠੀ। ਇਹ
ਸਪੈਸ਼ਲੀ ਮੈਂ ਕੰਮ ਕਰ ਰਿਹਾ ਪੰਜਾਬ ਦੀ ਸੱਭਿਆਚਾਰ ਨੂੰ ਲੈ ਕੇ, ਬੱਚਿਆਂ ਦੀ ਸਾਈਕੋਲੋਜੀ ਨੂੰ ਲੈ ਕੇ, ਤੇ ਕਿਵੇਂ ਆਪਣੇ ਵੱਡੇ ਹੋਣ ਤੱਕ ਜਿਹੜੀਆਂ ਘਟਨਾਵਾਂ ਜਿਹੜੀਆਂ ਪਰਸੋਂ ਹੋਈਆਂ, ਜਿਵੇਂ ਉਹ ਕੀ ਤੁਹਾਨੂੰ ਅੰਦਰੋਂ ਕੀ ਟ੍ਰਿਗਰ ਕਰਦਾ ਕਿ ਤੁਸੀਂ ਇੰਨੇ ਉਤਸ਼ਾਹਕ ਹੋ ਜਾਂਦੇ ਹੋ ਕਿ ਤੁਸੀਂ ਇਦਾਂ ਦੀ ਆਪਦੀ ਜਵਾਨੀ ਦੀ, ਆਪਦੀ ਸਿਆਣਪ ਦੀ, ਆਪਣੇ ਨਾਮ ਦੀ, ਆਪਦੀ ਸ਼ੋਹਰਤ ਦਾ ਗਲਤ ਵਰਤੋਂ ਕਰਦੇ ਹੋ। ਸੋ ਉਹ ਕਿਹੜੀਆਂ ਚੀਜ਼ਾਂ ਲੀਡ ਕਰਦੀਆਂ। ਸੋ ਮੇਰੀ ਕਿਤਾਬ ਨੂੰ ਮੈਂ ਜੇ 2 ਲਾਈਨਾਂ 'ਚ ਕਹਾਂ ਤੇ ਉਹ ਕਿਵੇਂ ਸਾਨੂੰ 1 ਤੋਂ 6 ਸਾਲ ਤੱਕ ਬੱਚੇ ਨੂੰ ਕਿੰਨੇ ਪਿਆਰ ਤੇ ਦੁਲਾਰ ਨਾਲ ਸਾਂਭਣਾ ਪੈਂਦਾ ਤਾਂ ਜਾ ਕੇ ਉਹ ਬਹੁਤ ਵਧੀਆ ਸਿਟੀਜ਼ਨ, ਬਹੁਤ ਜ਼ਿਆਦਾ ਵਧੀਆ ਇੱਕ ਜਾਗਰੂਕ ਇਨਸਾਨ ਬਣਦਾ, ਚਾਹੇ ਕੁੜੀ ਹੋਵੇ ਚਾਹੇ ਮੁੰਡਾ। ਸੋ ਉਹਨਾਂ ਨੂੰ 1 ਤੋਂ 6 ਸਾਲ ਤੱਕ ਸਾਂਭਣਾ, ਪਿਆਰ ਨਾਲ ਸਾਂਭਣਾ ਤੇ ਖੁੱਲ੍ਹੇਪਨ ਨਾਲ ਸਾਂਭਣਾ ਬਹੁਤ ਜ਼ਰੂਰੀ ਹੁੰਦਾ। ਜਿਵੇਂ ਆਪਣੇ ਸਕੂਲਿੰਗ ਸੀਗੀ ਪਹਿਲੀ ਕਿ 7ਵੇਂ ਸਾਲ 'ਚ ਸਕੂਲ ਭੇਜਿਆ ਜਾਂਦਾ ਸੀ, ਉਹਨੇ ਚਿਰ ਮਾਪੇ ਆਪ ਸਾਂਭਦੇ ਸੀ ਕਿਉਂਕਿ ਕਿਸੇ ਤੇ ਭਰੋਸਾ ਨਹੀਂ ਕੀਤਾ ਜਾਂਦਾ ਸੀ। ਉਹ ਬੱਚੇ ਜਿਹੜੇ ਸੀਗੇ ਉਦੋਂ ਦੀਆਂ ਜਦੋਂ ਪੀੜ੍ਹੀਆਂ ਸੀਗੀਆਂ, ਉਹ ਬੱਚੇ ਨੂੰ ਹੱਥ ਨਹੀਂ ਲਾਉਣ ਦਿੰਦੇ ਸੀ ਦਾਦੇ, ਕਹਿੰਦੇ ਵੀ ਤੂੰ ਮੇਰੇ ਪੋਤੇ ਵਾਲ ਉਂਗਲ ਕਿੱਦਾਂ ਚੱਕੀ, ਜੋ ਮੇਰੀ ਪੋਤੀ ਵਾਲ ਉਂਗਲ ਕਿੱਦਾਂ ਚੱਕੀ। ਸੋ ਉਹ ਸਾਈਕੋਲੋਜੀ ਆ, ਕਿਵੇਂ ਸਾਨੂੰ 1 ਤੋਂ 6 ਸਾਲ ਦੀ ਉਮਰ ਜਿਹੜੀ ਆ ਅਡਲਟ ਤੱਕ ਉਹ ਮਤਲਬ ਜੇ ਤੁਸੀਂ ਹੁਣ ਉਧਰ ਦੀਆਂ ਤਸਵੀਰਾਂ ਸਟੇਜ ਦੀਆਂ ਚੱਕੋਗੇ, ਇਹਨਾਂ ਨੂੰ ਮਿਊਟ ਕਰ ਲਓ ਜਾਂ ਇੱਕ ਤਰ੍ਹਾਂ ਦੇਖੋ ਕਿਵੇਂ ਬੱਚਿਆਂ ਵਾਂਗੂ ਚਾਵਲੇ ਫਿਰਦੇ ਆ, ਵੀ ਜਿੱਦਾਂ ਕਦੇ ਮਾਈਕ ਨਹੀਂ ਦੇਖਿਆ ਹੁੰਦਾ ਹੈ ਨਾ, ਵੀ ਬੱਚਿਆਂ ਵਾਂਗੂ ਚਾਵਲੇ ਫਿਰਦੇ। ਉਹ ਬੱਚੇ ਸੀ, ਸੋ ਬਚਪਨਾ ਦਿਖ ਰਿਹਾ ਸੀ ਉਹਨਾਂ 'ਚ। ਜੇ ਤੁਸੀਂ ਸੱਚੀ ਅਡਲਟ ਹੋ, ਸੱਚੀ ਸਿਆਣੇ ਹੋ ਤੇ ਸੂਝਵਾਨ ਹੋ, ਸੱਚੀ ਨੌਜਵਾਨ ਹੋ, ਹੈ ਨਾ, ਤੇ ਇੱਦਾਂ ਦੀ ਹੋਸ਼ੀ ਹਰਕਤ ਨਹੀਂ ਕਰ ਸਕਦੇ ਆਪਾਂ। ਲਿਖਤ ਦੀ ਤੁਸੀਂ ਕਿਹਾ ਮੈਂ ਲਿਖਦਾ ਆ, ਲਿਖਾਰੀਆਂ ਦੀ ਮੈਂ ਇਹ ਚਾਹੂੰਗਾ ਕਿ ਕੋਈ ਲਿਖਤਾਂ ਆਈਆਂ, ਚੰਗੀਆਂ ਲਿਖਤਾਂ ਆਈਆਂ ਨੇ, ਕਿਉਂਕਿ ਕਲਾਕਾਰਾਂ 'ਤੇ ਪਹਿਲਾਂ ਇਸ ਤੋਂ ਅੰਦੋਲਨ ਤੋਂ ਪਹਿਲਾਂ ਬੜੇ ਦੋਸ਼ ਲੱਗਦੇ ਸੀ। ਉਸ ਤੋਂ ਬਾਅਦ ਕਲਾਕਾਰ ਜਦੋਂ ਇਸ ਅੰਦੋਲਨ ਦੇ ਵਿੱਚ ਆਏ ਆ, ਉਹਨਾਂ ਦੇ ਸਾਡੇ ਗੀਤ ਵੀ ਬਦਲੇ ਆ, ਅਸੀਂ ਗੱਡੀਆਂ ਦੇ ਵਿੱਚ ਗੀਤ ਬਦਲਤੇ, ਹੁਣ ਇੱਥੇ ਟਰੈਕਟਰ ਜਿੰਨੇ ਵੀ ਲੰਘ ਰਹੇ ਉਹਨਾਂ 'ਤੇ ਵੀ ਗੀਤ ਬਦਲਿਆ। ਕੀ ਭੂਮਿਕਾ ਮੰਨਦੇ ਹੋ ਲਿਖਤ ਦੀ? ਲਿਖਤ ਦੀ ਵੀਰੇ ਕਲਮ ਜਿਹੜੀ ਆ ਉਹ ਬਾਹਲੀ ਵੱਡੀ ਤਾਕਤ ਆ, ਹੈ ਨਾ, ਵੀ ਸੱਚੀ ਮੈਨੂੰ ਸ਼ਬਦ ਇਕੱਠੇ ਕਰਨੇ ਪੈ ਰਹੇ ਕਿਉਂਕਿ ਮੈਂ ਬਾਹਲਾ ਪੜ੍ਹਿਆ ਲਿਖਿਆ ਨਹੀਂ, ਬਾਹਲਾ ਕੋਈ ਗਿਆਨਵਾਨ ਨਹੀਂਗਾ, ਮੈਂ ਪੇਂਡੂ ਜਾਂ ਸਧਾਰਨ ਬੰਦਾ। ਵੀ ਜਿਹੜੀ ਲਿਖਣੀ 'ਚ ਆ ਗਿਆ ਨਾ, ਜੇ ਲਿਖਣੀ ਵਿਗਾੜ ਸਕਦੀ ਆ ਤੇ ਲਿਖਣੀ ਹੀ ਸੁਧਾਰ ਸਕਦੀ ਆ। ਤੇ ਅੱਜ ਲਿਖਣੀ ਜਿਹੜੀ ਆਪਾਂ ਉਹਦੇ ਖਿਲਾਫ ਹੀ ਲੜ ਰਹੇ ਆ। ਕਿਸੇ ਨੇ ਬੁਰਾ ਲਿਖਤਾ ਤੇ ਆਪਾਂ ਉਹਦੇ ਖਿਲਾਫ ਖੜੇ ਹੋ ਗਏ, ਭਾਈ ਇਹ ਲਿਖਤ ਮਿਟਾ, ਇਹਨੂੰ ਪਾੜ ਕੇ ਸਿੱਟ ਦੇ, ਕਿਉਂਕਿ ਆਉਣ ਵਾਲੀਆਂ ਜਿਣਸਾਂ ਜਿਹੜੀਆਂ ਨਾ ਉਹ ਤੂੰ ਖਰਾਬ ਕਰ ਦੇਗਾ, ਸਾਡਾ ਸੱਭਿਆਚਾਰ ਖਰਾਬ ਕਰ ਦੇਗਾ। ਲਿਖਤਾਂ ਹੀ ਆ 4 ਪੇਜਾਂ ਦੀਆਂ, ਜ਼ਿਆਦਾ ਕੁਛ ਨਹੀਂ। ਸੋ ਇੱਦਾਂ ਹੀ ਜਿਹੜੇ ਇਸ ਵਾਰ ਚਾਹੇ ਸੁਰਜੀਤ ਪਾਤਰ ਜੀ ਹੋਣ, ਚਾਹੇ ਹੋਰ ਸਿੰਗਰ ਬਹੁਤ ਸਾਰੇ ਆ, ਬਹੁਤ ਸਾਰੇ ਰਾਈਟਰ ਹੈ ਨਾ, ਚਾਹੇ ਉਹ ਆਰਟ ਜਿਹੜਾ ਵਾ ਹੁਣ ਗੁਰਪ੍ਰੀਤ ਆਰਟਿਸਟ ਆ ਬਾਈ, ਤੇ ਇੱਦਾਂ ਹੀ ਹੋਰ ਬਹੁਤ ਸਾਰੇ ਆਰਟਿਸਟ ਆ ਜਿਹਨੇ ਪੇਂਟਿੰਗਾਂ ਰਾਹੀਂ, ਆਪਦੇ ਗੀਤਾਂ ਰਾਹੀਂ, ਕਵਿਤਾਵਾਂ ਰਾਹੀਂ ਆਪਣੇ ਬਹੁਤ ਸੋਹਣੇ ਪੈਰਾਗ੍ਰਾਫ ਲਿਖ ਕੇ ਫਿਰ ਟਰਾਲੀ ਟਾਈਮਸ ਨਿਕਲਿਆ ਵਾ। ਪਤਾ ਨਹੀਂ ਕਿੰਨਾ ਕਿ ਜਿਹੜੀ ਕਲਮ ਆ ਉਹ ਆਪਣਾ ਪੂਰੇ ਦਾ ਪੂਰਾ ਸਾਥ ਦੇ ਰਹੀ ਹੈ। ਕੀ ਮੰਨਦੇ ਹੋ, ਡਾਂਗ ਜਿਹੜੀ ਲੋਕਾਂ ਨੂੰ ਜਗਾਉਂਦੀ ਹੈ ਕਿ ਕਲਮ ਜਗਾਉਂਦੀ ਆ? ਕਲਮ, ਕਿਉਂਕਿ ਕਲਮ ਦਾ ਜਿਹੜਾ ਅਸਰ ਆ ਨਾ, ਜੇ ਡਾਂਗ ਮਾਰੀ ਹੁੰਦੀ ਸਾਡੇ ਤਾਂ ਅਸੀਂ ਭੁੱਲ ਜਾਣਾ ਸੀ। ਅਸੀਂ ਸ਼ਹਾਦਤਾਂ ਦੇ ਕੇ ਵੀ ਅਸੀਂ ਉਹਨਾਂ ਨਹੀਂ ਰੋਏ ਉਹਨਾਂ ਤੇ। ਅਸੀਂ ਜਿਹੜਾ ਕਲਮ ਦੀ ਉਹਨਾਂ ਨੇ ਕਾਲੇ ਲੇਖ ਲਿਖਤੇ ਸਾਡੇ, ਹੈ ਨਾ, ਕਾਲੇ ਕਾਨੂੰਨ ਬਣਾਤੇ, ਕਲਮਾਂ ਨਾ ਬਣੇ ਉਹ। ਸੋ ਉਹਨਾਂ ਦੇ ਖਿਲਾਫ ਆ, ਕਿਉਂਕਿ ਉਹਦੇ ਜਿਹੜਾ ਲਿਖਿਆ ਨਾ ਉਹ ਮਿਟਣਾ ਨਹੀਂ ਛੇਤੀ, ਉਹ ਸਾਡੀਆਂ ਪੁਸ਼ਤਾਂ ਭੋਗਣਗੀਆਂ। ਜੇ ਮੇਰੇ ਡਾਂਗ ਵੱਜੀ ਆ ਤਾਂ ਮੈਂ ਹੀ ਭੋਗੂੰਗਾ ਤੇ ਹੋਰ ਥੋੜ੍ਹੇ ਚਿਰ ਦੀ ਭੁੱਲ ਜੂੰਗਾ ਤੇ ਮੈਂ ਘੱਟੋ ਘੱਟ ਮੇਰੇ ਔਲਾਦ ਤੱਕ ਨਹੀਂ ਜਾਊਗੀ। ਇਹ ਜਿਹੜੀ ਕਲਮਾਂ ਦੇ ਲੇਖ ਹਨ, ਇਹ ਗਾਂ ਔਲਾਦਾਂ ਤੱਕ ਵੀ ਜਾਂਦੇ ਆ। 26 ਦੇ ਉਸ ਘਟਨਾਕ੍ਰਮ ਨੂੰ ਕਿਵੇਂ ਦੇਖਦੇ ਹੋ, ਜਿਹੜਾ ਘਟਨਾਕ੍ਰਮ ਸ਼ਾਇਦ ਕਿਸੇ ਦੇ ਚੇਤੇ ਵੀ ਨਹੀਂ ਸੀਗਾ, ਕਿਉਂਕਿ ਜਿਹੜਾ ਅਲੀਕਿਆ ਗਿਆ ਸੀ ਰਾਹ ਉਹ ਅਲੱਗ ਸੀ, ਬਟ ਜੋ ਕੁਝ ਹੋਇਆ ਆ ਜਾਂ ਕਿਸੇ ਵੱਲੋਂ ਕੀਤਾ ਗਿਆ ਉਹ ਅਲੱਗ ਸੀ। ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਮੇਰਾ ਵੀਰ, ਇੱਥੇ ਜੇ ਗੱਲਬਾਤ ਕਰਨੀ ਹੋਵੇ ਤੇ ਚਰਚਾ ਭਲਾ ਤੁਸੀਂ ਘੰਟੇ ਕਰ ਲਓ, ਪਰ ਆਪਣੇ ਨਾ ਪੰਜਾਬੀ 'ਚ ਚੱਲ ਛੱਡੋ, ਹੈ ਨਾ, ਚੱਲ ਛੱਡੋ, ਮਿੱਟੀ ਪਾਓ। ਜੇ ਆਪਾਂ ਮਿੱਟੀ ਪਾ ਕੇ ਗਾਂਹ ਤੁਰ ਪਾਂਗੇ ਤੇ ਫਿਰ ਤੋਂ ਸਿਰਫ ਕਾਲੇ ਕਾਨੂੰਨਾਂ ਦੀ ਜਿਹੜੀ ਆ ਉਹ ਗੱਲ ਕਰਾਂਗੇ। ਜਿਵੇਂ ਪੱਟੀ ਆ ਜਿਹੜੀ ਕਾਲੇ ਕਾਨੂੰਨ ਰੱਦ ਕਰੋ ਦੀ, ਇਹ ਮੈਂ ਆਪਣੇ ਆਪ ਨੂੰ ਲਾਈ ਆ ਕਿ ਮੈਨੂੰ ਯਾਦ ਰਵੇ ਕਿ ਇੱਥੇ ਮੈਂ ਕਾਲੇ ਕਾਨੂੰਨਾਂ ਦੀ ਗੱਲ ਕਰਨਾ ਆ, ਮੈਂ ਹੋਰ ਕਿਸੇ ਚੀਜ਼ ਦੀ ਗੱਲ ਨਹੀਂ ਕਰਨਾ ਆ। ਕਿਉਂਕਿ ਸਾਡੇ ਸ਼ਬਦ ਜਿਹੜੇ ਆ ਉਹ ਚਾਹੇ ਅਸੀਂ ਕਿਸੇ ਦੇ ਵਿਰੋਧ 'ਚ ਬੋਲੀਏ, ਚਾਹੇ ਕਿਸੇ ਦੇ ਹੱਕ 'ਚ ਬੋਲੀਏ ਜਾਂ ਕਿਸੇ ਦੇ ਪੱਖ 'ਚ ਬੋਲੀਏ, ਉਹ ਸ਼ਬਦ ਉਨੇ ਹੀ ਅਸੀਂ ਬੋਲ ਸਕਦੇ ਹਾਂ। ਸੋ ਅਸੀਂ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਆਏ ਸੀ ਤੇ ਰੱਦ ਕਰਾ ਕੇ ਜਾਵਾਂਗੇ। ਇਹ ਜਿਹੜੀ ਗੇੜੀ ਆ ਇਹ ਸਿੰਘੂ ਬਾਰਡਰ ਤੇ ਹੀ ਆ ਜਾਂ ਫਿਰ ਹੋਰ ਬਾਰਡਰ? ਮੇਰਾ ਵੀਰ ਹੌਲੀ ਜਿੱਦਾਂ ਅੱਜ ਉਦਾਂ ਹੀ ਖਿਆਲ ਆਇਆ ਬੈਠੇ ਦੇ, ਮੈਂ ਕਿਹਾ ਯਾਰ ਚੱਲ ਮਨਾ ਸ਼ੁਰੂਆਤ ਕੀਤੀ ਹੈ। ਹਾਂਜੀ, ਸੋ ਅੱਜ ਮਨਾ ਚੱਲ ਉੱਠ, ਹੈ ਨਾ, ਵੀ ਸਾਈਕਲ ਮੇਰਾ ਇੱਕ ਫੇਵਰਟ ਆ ਵਾ ਤੇ ਸਾਧਨ ਆ, ਤੇ ਮੈਂ ਕਿਹਾ ਚੱਲ ਉੱਠ, ਹੈ ਨਾ, ਵੀ ਭਲਵਾਨੀ ਗੇੜੀ ਮਾਰ ਕੇ ਆਉਂਦੇ ਆ। ਤੇ ਮੈਨੂੰ ਨਹੀਂ ਪਤਾ ਸੀਗਾ ਰੈਲੀ ਹੋ ਰਹੀ ਹੈ, ਕਿਉਂਕਿ ਅਸੀਂ ਪਿੱਛੇ ਬੈਠੇ ਬਹੁਤ ਰਸੋਈ ਢਾਬੇ ਕੋਲ, ਤੇ ਬਸ ਇੱਦਾਂ ਹੀ ਆ ਗਿਆ। ਮਤਲਬ ਹੌਲੀ ਜਾਊਗਾ ਹਰ ਬਾਰਡਰ ਤੱਕ? ਹਾਂਜੀ, ਆਹ ਦੇਖਿਓ ਤੁਸੀਂ ਆਪੇ ਹੌਲੀ ਸ਼ੁਰੂ ਹੋ ਜਾਣਾ।
ਸਾਰਿਆਂ ਨੇ ਹਨਾ ਇੱਥੇ ਹੁਣ ਇੱਕ ਭਗਤ ਸਿੰਘ ਥੋੜੋ ਕਿੰਨੇ ਫਿਰਦੇ ਆ ਠੀਕ ਆ ਸੋ ਇੱਕ ਇਹ ਤਾਂ ਬਸ ਵੀ ਸੋਝੀ ਕੋਈ ਦਿੰਦਾ ਕੋਈ ਲੈਂਦਾ ਗਾ ਬਹੁਤ ਸਾਰੇ ਫੋਲੋ ਕਰ ਲੈਂਦੇ ਆਪੇ ਹੋ ਜਾਣਾ ਬਾਈ ਜੀ ਬਹੁਤ ਬਹੁਤ ਧੰਨਵਾਦ ਆਰਐਮਬੀ ਟੈਲੀਵਿਜ਼ਨ ਵੱਲੋਂ ਮੈਂ ਖੁਦ ਤੁਹਾਨੂੰ ਸਲਾਮ ਕਰਦਾ ਸਲੂਟ ਕਰਦਾ ਕਿ ਤੁਸੀਂ ਸਾਈਕਲ ਦੇ ਜ਼ਰੀਏ ਜਾ ਕੇ ਪੂਰੇ ਬਾਰਡਰ ਤੇ ਜਗਾ ਰਹੇ ਹੋ ਧੰਨਵਾਦ ਜੀ ਬਹੁਤ ਬਹੁਤ ਇੱਕ ਵਾਰੀ ਫਿਰ ਤੋਂ ਡਟੇ ਸੀ ਡਟੇ ਆ ਤੇ ਡਟੇ ਰਹਾਂਗੇ ਅਸੀਂ ਡਟੇ ਸੀ ਡਟੇ ਆ ਤੇ ਡਟੇ ਰਹਾਂਗੇ ਹੱਕ ਸੱਚ ਦੀ ਕਮਾਈ ਲਈ ਅੜੇ ਰਹਾਂਗੇ ਹੱਕ ਸੱਚ ਦੀ ਕਮਾਈ ਲਈ ਅੜੇ ਰਹਾਂਗੇ ਬਹੁਤ ਬਹੁਤ ਧੰਨਵਾਦ ਇਹ ਸਾਡਾ ਹੌਸਲਾ ਆ ਇਹ ਸਾਡੀ ਉਹ ਨੌਜਵਾਨੀ ਆ ਜੋ ਕਿਤੇ ਨਾ ਕਿਤੇ ਜੇ ਸਾਡੇ ਦਿਲਾਂ ਦੇ ਵਿੱਚ ਉਦਾਸੀ ਆਈ ਆ ਤਾਂ ਉਹਨਾਂ ਨੂੰ ਜਗਾਉਂਦੇ ਫਿਰਦੇ ਆ ਬਾਈ ਜੀ ਕਹਿੰਦੇ ਮੈਂ ਅੱਜ ਹੀ ਸ਼ੁਰੂ ਕੀਤਾ ਆ ਸਲਾਮ ਦੇ ਹੱਕਦਾਰ ਆ ਬਾਈ ਜੀ ਸਲੂਟ ਦੇ ਹੱਕਦਾਰ ਆ ਇਦਾਂ ਜਗਾਉਂਦੇ ਫਿਰਦੇ ਨੇ ਕਿ ਹਰ ਟਰਾਲੀ ਤੱਕ ਜਾਂਦੇ ਨੇ ਹਰ ਗੱਡੀ ਤੱਕ ਜਾਂਦੇ ਨੇ ਜੇ ਕੋਈ ਕਾਫਲਾ ਖੜਾ ਹੁੰਦਾ ਉਸ ਕਾਫਲੇ ਤੱਕ ਜਾਂਦੇ ਨੇ ਤੇ ਆਪਣੀ ਆਵਾਜ਼ ਦੇ ਜ਼ਰੀਏ ਆਪਣੀ ਲਿਖਤ ਦੇ ਜ਼ਰੀਏ ਜਗਾਉਣ ਦਾ ਕੰਮ ਕਰਦੇ ਨੇ ਚਿਹਰੇ ਤੇ ਸਮਾਈਲ ਆ ਚਿਹਰੇ ਤੇ ਮੁਸਕਰਾਹਟ ਆ ਇਦਾਂ ਦੀਆਂ ਗਰਾਊਂਡ ਜ਼ੀਰੋ ਦੀਆਂ ਰਿਪੋਰਟਸ ਲੈ ਕੇ ਅੱਗੇ ਵੀ ਹਾਜ਼ਰ ਹੁੰਦੇ ਰਹਾਂਗੇ ਹੁਣ ਆਪਣੇ ਦੋਸਤ ਜਸ ਗਰੇਵਾਲ ਦਿਓ ਇਜਾਜ਼ਤ ਦੇਖਦੇ ਰਹੋ ਆਰਐਮਬੀ ਟੈਲੀਵਿਜ਼ਨ ਧੰਨਵਾਦ ਜੀ।